ਤੇਰਾ ਇਹੋ ਹੀ ਸਵਰਗ ਹੋਣਾ, ਪੂਜ ਬਜ਼ੁਰਗਾਂ ਨੂੰ, ਕਦੇ ਤੂੰ ਵੀ ਬਜ਼ੁਰਗ ਹੋਣਾ। ਸੁਰਜੀਤ ਪਾਤਰ ਜੀ ਦੀ ਇਹਨਾਂ ਸਤਰਾਂ ਨਾਲ ਅਸੀਂ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ। ਕਹਿੰਦੇ ਬਜ਼ੁਰਗਾਂ ਨਾਲ ਸਮਾਂ ਬਿਤਾਉਣਾ, ਉਹਨਾਂ ਦੀ ਸੇਵਾ ਸੰਭਾਲ ਕਰਨੀ ਹੀ ਬਜ਼ੁਰਗਾਂ ਦੀ ਅਸਲ ਪੂਜਾ ਹੈ। ਸੋ ਇਸੇ ਦੇ ਉੱਤੇ ਅੱਜ ਅਸੀਂ ਇੱਕ ਨਾਟਕ ਸਿਲਸਿਲਾ ਪੜ੍ਹਾਂਗੇ। ਨਾਟਕਕਾਰ ਨੇ ਸੁਰਿੰਦਰ ਕੁਮਾਰ ਜੀ। ਘਰ ਦੇ ਇੱਕ ਡਰਾਇੰਗ ਰੂਮ ਦਾ ਦ੍ਰਿਸ਼ ਹੈ। ਕਮਰੇ ਵਿੱਚ ਦਾਦੀ ਨਾਲ ਉਸ ਦਾ 7-8 ਸਾਲ ਦਾ ਪੋਤਾ ਰਿਤੰਬਰ ਖੇਡ ਰਿਹਾ ਹੈ ਅਤੇ ਗੱਲਾਂ ਬਾਤਾਂ ਵੀ ਕਰ ਰਿਹਾ ਹੈ। ਖੇਡਾਂ ਵਿੱਚ ਪੋਤਾ ਜਿੱਤ ਜਾਂਦਾ ਹੈ। ਰਿਤੰਬਰ ਕਹਿੰਦਾ, ਓ ਡੋਡੋ ਦਾਦੀ, ਡੋਡੋ ਮੈਂ ਜਿੱਤ ਗਿਆ, ਦਾਦੀ ਹਾਰ ਗਈ। ਦਾਦੀ ਕਹਿੰਦੀ, ਉਹ ਬਾਬਾ ਠੀਕ ਆ, ਹੁਣ ਬਸ ਕਰ, ਮੈਂ ਹਾਰੀ ਤੇ ਤੂੰ ਜਿੱਤਿਆ, ਹੁਣ ਮੈਨੂੰ ਆਰਾਮ ਕਰ ਲੈਣ ਦੇ। ਰਿਤੰਬਰ ਕਹਿੰਦਾ, ਨਹੀਂ ਨਹੀਂ ਦਾਦੀ, ਤੁਸੀਂ ਹੋਰ ਖੇਡੋ ਮੇਰੇ ਨਾਲ, ਮੈਂ ਤਾਂ ਹੁਣੇ ਖੇਡਣਾ। ਹੁਣੇ ਕੋਈ ਨਹੀਂ ਖੇਡਦਾ ਮੇਰੇ ਨਾਲ, ਨਾ ਮੰਮੀ ਨਾ ਪਾਪਾ, ਉਹਨਾਂ ਕੋਲ ਤਾਂ ਟਾਈਮ ਹੀ ਹੈ ਨਹੀਂ। ਜੇ ਤੁਸੀਂ ਨਾ ਖੇਡੇ ਦਾਦੀ ਤਾਂ ਮੈਂ ਕੱਟੀ ਹੋ ਜਾਣਾ, ਕੱਟੀ। ਦਾਦੀ ਕਹਿੰਦੀ, ਚੰਗਾ ਭਾਈ, ਆ ਕੱਟੀ ਵੱਛੀ ਜੀ ਨਾ ਕਰਿਆ ਕਰ, ਹਾਂ ਦੱਸ। ਰਿਤੰਬਰ, ਦਾਦੀ ਪਹਿਲਾਂ ਇਹ ਬਸ, ਇਹ ਮਨਹੂਸ ਕੀ ਹੁੰਦਾ ਮੈਨੂੰ ਦੱਸੋ ਜਰਾ। ਦਾਦੀ ਕਹਿੰਦੀ, ਵੇ ਆ ਕਿੰਨੇ ਗੱਲ ਦੱਸੀ ਤੈਨੂੰ। ਰਿਤੰਬਰ, ਨਹੀਂ ਨਹੀਂ ਦਾਦੀ ਦੱਸ, ਮੈਂ ਨਹੀਂ। ਦਾਦੀ, ਪੁੱਤ ਆ ਤੇਰੇ ਸਮਝਣ ਵਾਲੀ ਗੱਲ ਨਹੀਂ, ਤੂੰ ਅਜੇ ਨਿਆਣਾ। ਰਿਤੰਬਰ, ਦੱਸ ਵੀ ਨਾ ਦਾਦੀ, ਨਹੀਂ ਤਾਂ ਮੈਂ ਫਿਰ ਕੱਟੀ ਹੋ ਜਾਣਾ। ਦਾਦੀ ਭਾਵੁਕ ਹੋ ਕੇ ਬੋਲੀ, ਪੁੱਤ ਜੇ ਤੂੰ ਵੀ ਕੱਟੀ ਕਰ ਲਈ ਮੇਰੇ ਨਾਲ, ਫਿਰ ਮੈਂ ਕਿਹਦੇ ਸਹਾਰੇ ਜਿਉਣਾ। ਰਿਤੰਬਰ, ਚੰਗਾ ਦਾਦੀ, ਨਹੀਂ ਕਰਦਾ, ਬਸ ਦੱਸ ਮਨਹੂਸ ਕੀ ਹੁੰਦਾ। ਦਾਦੀ, ਮਨਹੂਸ ਹੁੰਦਾ ਪੁੱਤਰ ਜਿਹੜਾ ਮਾੜਾ ਹੋਵੇ, ਦੂਜੇ ਦਾ ਜ਼ਿਆਦਾ ਬੁਰਾ ਚਾਹੁੰਦਾ ਹੋਵੇ, ਜਿਹਦੇ ਕਰਕੇ ਘਰ 'ਚ ਕਲੇਸ਼ ਰਹਿੰਦਾ ਹੋਵੇ, ਜਿਹੜਾ ਘਰ ਪਰਿਵਾਰ ਬਾਰੇ ਚੰਗਾ ਨਾ ਸੋਚੇ, ਬਸ। ਰਿਤੰਬਰ ਬੋਲਿਆ, ਦਾਦੀ ਤੁਸੀਂ ਮੈਨੂੰ ਪਿਆਰ ਨਹੀਂ ਕਰਦੇ। ਦਾਦੀ ਬੋਲੀ, ਕਰਦੀ ਹਾਂ ਪੁੱਤ। ਰਿਤੰਬਰ, ਫਿਰ ਤੁਸੀਂ ਤਾਂ ਮਨਹੂਸ ਹੋ ਹੀ ਨਹੀਂ ਸਕਦੇ। ਦਾਦੀ, ਹਾਂ ਪੁੱਤ ਮੈਂ ਨਹੀਂ ਹਾਂ। ਇਹ ਕਹਿੰਦਿਆਂ ਦਾਦੀ ਨੂੰ ਖੰਘ ਛਿੜ ਪੈਂਦੀ ਹੈ। ਉਹ ਪਾਣੀ ਮੰਗਦੀ ਹੈ। ਰਿਤੰਬਰ, ਦਾਦੀ ਕੀ ਹੋਇਆ। ਦਾਦੀ ਪਾਣੀ ਮੰਗਦੀ ਹੈ। ਇੰਨੇ ਨੂੰ ਰਿਤੰਬਰ ਦੀ ਮਾਂ ਸਿਮਰਨ ਪ੍ਰਵੇਸ਼ ਕਰਦੀ ਹੈ। ਸਿਮਰਨ ਬੋਲੀ, ਤੈਨੂੰ ਕਿੰਨੀ ਵਾਰ ਕਿਹਾ ਕਿ ਤੂੰ ਇਸ ਤੇ ਮੋਢੇ ਤੇ ਚੜ ਕੇ ਨਾ ਬੈਠਿਆ ਕਰ, ਪਤਾ ਨਹੀਂ ਕਿਹੜੀ ਟੀਬੀ ਦੀ ਬਿਮਾਰੀ ਲਗਾ ਦੇਣੀ ਹੈ ਮੇਰੇ ਪੁੱਤ ਨੂੰ। ਜਦੋਂ ਵੇਖੋ ਵਿਹਲੀ ਬੈਠੀ ਖਾਊਂ ਖਾਊਂ ਕਰੀ ਜਾਂਦੀ ਹੈ। ਪਟਰਾਨੀ, ਕੰਮ ਦੀ ਨਾ ਕਾਜ ਦੀ, ਦੁਸ਼ਮਣ ਅਨਾਜ ਦੀ। ਰਿਤੰਬਰ ਨੂੰ ਧੂ ਕੇ ਕਮਰੇ ਵੱਲ ਲੈ ਜਾਂਦੀ ਹੈ। ਦਾਦੀ ਦੰਗ ਰਹਿ ਜਾਂਦੀ ਹੈ। ਰਿਤੰਬਰ ਉਦਾਸ ਨਜ਼ਰਾਂ ਨਾਲ ਦਾਦੀ ਵੱਲ ਵੇਖਦਾ ਹੋਇਆ ਜਾਂਦਾ ਹੈ। ਉਦਾਸ ਸੰਗੀਤ ਨਾਲ ਸੰਗੀਤਕਾਰ ਬੋਲ ਉੱਠਦੇ ਹਨ, ਇਸ ਸਿਲਸਿਲੇ ਇਹ ਜਲਜਲੇ, ਮਾਰੂ ਤੂਫਾਨ ਇਹ ਵਲਵਲੇ, ਇਹ ਸਿਲਸਿਲੇ ਇਹ ਜਲਜਲੇ, ਮਾਰੂ ਤੂਫਾਨ ਇਹ ਵਲਵਲੇ, ਪੈਣੇ ਕਦੇ ਤਾਂ ਥੰਮਣੇ, ਉੱਗੇ ਕਰੀ ਜੋ ਫਾਸਲੇ। ਸਿਮਰਨ, ਪਤਾ ਨਹੀਂ ਕੀ ਜਾਦੂ ਕੀਤਾ ਮੇਰੇ ਪੁੱਤ ਤੇ, ਉੱਥੇ ਜਾ ਬਹਿੰਦਾ ਹਮੇਸ਼ਾ। ਰਿਤੰਬਰ, ਉੱਥੇ ਕੀ ਅੰਬ ਰੱਖਿਆ ਬਈ, ਤੂੰ ਚੁੱਪਣ ਜਾਣਾ ਰਿਤੰਬਰ। ਤੇ ਫਿਰ ਮੰਮੀ ਤੁਸੀਂ ਕਿਹੜਾ ਮੇਰੇ ਲਈ ਇੱਥੇ ਕਿਹਨੂੰ ਛਿਲ ਕੇ ਰੱਖਿਆ। ਸਿਮਰਨ ਬੋਲੀ, ਚੁੱਪ ਕਰ, ਮੇਰੇ ਅੱਗੇ ਵੀ ਬੋਲਣ ਲਗਾਤਾ ਤੈਨੂੰ। ਰਿਤੰਬਰ ਕਹਿੰਦਾ, ਮੰਮੀ ਮਨਹੂਸ ਤਾਂ ਉਹ ਹੈ ਜਿਹੜਾ ਸਭ ਦੂਜਿਆਂ ਨੂੰ ਮਾੜਾ ਕਹੇ। ਮੰਮੀ, ਫਿਰ ਮਨਹੂਸ ਤਾਂ ਤੁਸੀਂ ਹੋਏ, ਸਾਰਾ ਦਿਨ ਦਾਦੀ ਨੂੰ ਮਾੜਾ ਕਹਿੰਦੇ ਰਹਿੰਦੇ ਹੋ। ਸਿਮਰਨ ਬੋਲੀ, ਠਹਿਰ ਜਾ ਤੂੰ, ਮੈਂ ਦੱਸਦੀ ਹਾਂ। ਪਤਾ ਤੈਨੂੰ, ਉਹਨੂੰ ਮਾਰਨ ਨੂੰ ਪੈਂਦੀ ਹੈ। ਆ ਲੈਣ ਦੇ ਤੇਰੇ ਪਾਪਾ ਨੂੰ, ਤੇਰੀ ਸ਼ਿਕਾਇਤ ਲਾਉਣੀ ਆ ਉਹਨਾਂ ਨੂੰ। ਇੰਨੀ ਦੇਰ ਨੂੰ ਹੀ ਉਸ ਦਾ ਪਿਤਾ ਵੀ ਕਰਨਬੀਰ ਸਿੰਘ ਪ੍ਰਵੇਸ਼ ਕਰਦਾ ਹੈ। ਮਾਂ ਬੋਲੀ, ਕਰਨ ਕੀ ਹੋ ਗਿਆ, ਕਿਉਂ ਇੰਨਾ ਸ਼ੋਰ ਮਚਾਇਆ ਤੁਸੀਂ। ਸਿਮਰਨ ਬੋਲੀ, ਗੱਲ ਕੀ ਹੋਈ ਆ, ਅੱਜ ਪਤਾ ਨਹੀਂ ਰਿਤੰਬਰ ਨੂੰ ਮਗਰੋਂ ਕੀ ਸਿਖਾਇਆ, ਮੈਨੂੰ ਕਹਿੰਦਾ ਤੁਸੀਂ ਮਨਹੂਸ ਹੋ।
पिता यानी करण, हैं ਉਹ ਆ ਕੇ ਕਹਿ ਰਿਹਾ ਤੂੰ? ਹੱਥ ਉੱਪਰ ਉਠਾ ਕੇ। ਇੱਦਾਂ ਬੋਲੀਦਾ ਹੁੰਦਾ ਮੰਮੀ ਪਾਪਾ ਨੂੰ? ਬੇਟਾ, ਰਿਤੰਬਰ ਬੋਲਿਆ, ਤੁਸੀਂ ਵੀ ਤਾਂ ਇੱਦਾਂ ਹੀ ਬੋਲਦੇ ਹੋ ਆਪਣੇ ਮੰਮੀ ਨੂੰ। ਸਿਮਰਨ ਬੋਲੀ, ਦੇਖ ਲਓ ਜੀ, ਹੁਣ ਤਾਂ ਬਰਦਾਸ਼ਤ ਤੋਂ ਬਾਹਰ ਆ। ਤੁਸੀਂ ਆਪਣੀ ਮਾਂ ਦਾ ਹੀਲਾ ਵਸੀਲਾ ਕਰੋ, ਨਹੀਂ ਤਾਂ ਮੈਂ ਚੱਲੀ ਆ ਆਪਣੇ ਪੇਕੇ। ਫੇਰ ਸਾੜੀ ਜਾਇਓ ਆਪਣੇ ਹੱਥ। ਇਹ ਬੁੜੀ ਜਿਹੀ ਤਾਂ 24 ਘੰਟੇ ਖਾਊਂ ਖਾਊਂ ਕਰੀ ਜਾਂਦੀ ਹੈ, ਪਤਾ ਨਹੀਂ ਕਿਹੜੀ ਬਿਮਾਰੀ ਚਿੰਬੜੀ ਹੈ। ਤੁਸੀਂ ਬੋਲਦੇ ਕਿਉਂ ਨਹੀਂ? ਕਰਨ ਬੋਲਿਆ, ਕੀ ਬੋਲਾਂ, ਹੁਣ ਕਿੱਥੇ ਤੱਕ ਦੇ ਆਵਾਂ ਮੈਂ ਉਸ ਨੂੰ। ਸਿਮਰਨ ਬੋਲੀ, ਇਹ ਤਾਂ ਹੁਣ ਤੁਸੀਂ ਦੇਖੋ। ਕਰਨ ਕਹਿੰਦਾ, ਨਹੀਂ ਨਹੀਂ, ਮੈਂ ਕਰਦਾ ਕੋਈ ਹੱਲ। ਰਿਤੰਬਰ, ਪਾਪਾ ਜਾ ਲੈਣ ਦਿਓ ਮੰਮੀ ਨੂੰ, ਰੋਟੀ ਆਪਾਂ ਨੂੰ ਦਾਦੀ ਪਕਾ ਕੇ ਦੇਵੇਗੀ। ਸਿਮਰਨ, ਦੇਖ ਲਓ ਕੀ ਸਿਖਾਇਆ ਇਹਨੂੰ। ਕਰਨ, ਤੂੰ ਚੁੱਪ ਕਰ ਓਏ, ਨਹੀਂ ਤਾਂ ਕੰਨ 'ਤੇ ਪੈਣਗੀਆਂ। ਦਾਦੀ ਪਿੱਛੋਂ ਸਾਰੀਆਂ ਗੱਲਾਂ ਸੁਣ ਰਹੀ ਹੈ, ਅੱਗੇ ਆ ਕੇ ਬੋਲਦੀ। ਹੁਣ ਦਾਦੀ ਕਹਿੰਦੀ, ਪੁੱਤ ਤੈਨੂੰ ਕੋਈ ਤਕਲੀਫ ਕਰਨ ਦੀ ਲੋੜ ਨਹੀਂ ਆ, ਨਾ ਹੀ ਫਿਕਰ ਕਰਨ ਦੀ। ਮੈਂ ਸਾਰੀ ਗੱਲ ਸੁਣ ਲਈ ਆ, ਮੈਂ ਤੁਹਾਡੇ 'ਤੇ ਬੋਝ ਹੀ ਹਾਂ ਹੁਣ, ਪਰ ਤੁਹਾਨੂੰ ਹੋਰ ਪਰੇਸ਼ਾਨ ਨਹੀਂ ਕਰਨਾ। ਬਸ ਹੁਣ ਮੇਰੇ ਤੋਂ ਇੱਕ ਅਹਿਸਾਨ ਕਰਦੇ ਹੋਏ ਮੈਨੂੰ ਕਿਸੇ ਬਿਰਧ ਆਸ਼ਰਮ ਛੱਡਿਆ। ਕਿਤੇ 4 ਦਿਨ ਮੈਂ ਉੱਥੇ ਰਹਿ ਕੇ ਰਿੜਦੀ ਕੁੜਦੀ ਕੱਟ ਲਊਂ। ਸਿਮਰਨ ਬੋਲੀ, ਲਓ ਹੁਣ ਸੋਚਦੇ ਕੀ ਹੋ? ਹੁਣ ਨਾਲੇ ਮੰਮੀ ਜੀ ਨੇ ਆਪ ਹੀ ਕਹਿ ਦਿੱਤਾ, ਲਿਜਾਓ। ਹੁਣ ਮੈਂ ਮੰਮੀ ਦਾ ਸੂਟ ਪਾ ਦਿੰਦੀ ਹਾਂ ਲਿਫਾਫੇ ਵਿੱਚ। ਦਾਦੀ ਬੋਲੀ, ਰਹਿਣ ਦੇ ਬਹੂ, ਮੈਂ ਆਪਣਾ ਸਮਾਨ ਸਾਰਾ ਲੈ ਲਿਆ, ਤੈਨੂੰ ਖੇਚਲ ਕਰਨ ਦੀ ਲੋੜ ਨਹੀਂ। ਚੰਗਾ ਚੱਲ ਪੁੱਤ, ਛੱਡਿਆ। ਰਿਤੰਬਰ ਬੋਲਿਆ, ਦਾਦੀ ਤੁਸੀਂ ਨਾ ਜਾਓ ਪਲੀਜ਼, ਨਾ ਜਾਓ ਦਾਦੀ, ਨਾ। ਦਾਦੀ ਬੋਲੀ, ਪੁੱਤ ਹੁਣ ਮੇਰਾ ਉੱਥੇ ਹੀ ਘਰ ਆ। ਰਿਤੰਬਰ, ਪਾਪਾ ਤੁਸੀਂ ਨਾ ਭੇਜੋ ਦਾਦੀ ਨੂੰ, ਮੇਰੇ ਨਾਲ ਕੌਣ ਖੇਡੇਗਾ? ਪਲੀਜ਼ ਦਾਦੀ ਜੀ ਆ ਜਾ। ਸਿਮਰਨ ਰਿਤੰਬਰ ਨੂੰ ਫੜਦੀ ਹੋਈ ਪਾਸੇ ਲੈ ਜਾਂਦੀ ਆ। ਕਰਨ, ਸਿਮਰਨ ਮੇਰੀ ਗੱਡੀ ਦੀ ਚਾਬੀ ਕਿੱਥੇ ਆ? ਸਿਮਰਨ, ਤੁਸੀਂ ਗੱਡੀ ਨਾ ਲੈ ਕੇ ਜਾਇਓ, ਮੈਂ ਪਾਰਲਰ ਜਾਣਾ, ਤੁਸੀਂ ਆਟੋ ਲੈ ਜਾਓ ਪਲੀਜ਼। ਸਿਮਰਨ ਬੋਲੀ, ਤੈਂ ਇਹ ਕੀ ਆ ਹੱਥ 'ਚ? ਕਰਨ ਵੀ ਦਾਦੀ ਦੇ ਹੱਥਾਂ ਵੱਲ ਦੇਖ ਕੇ ਪੁੱਛਦਾ, ਆ ਕੀ ਆ? ਦਾਦੀ ਕਹਿੰਦੀ, ਫਿਕਰ ਨਾ ਕਰੋ, ਇਸ ਘਰ ਦੀ ਰਜਿਸਟਰੀ ਤਾਂ ਉਹ ਪਈ ਆ ਮੇਜ਼ 'ਤੇ। ਇਹ ਤਾਂ ਰਿਤੰਬਰ ਦੇ ਦਾਦਾ ਜੀ ਦੀ ਫੋਟੋ ਆ, ਜਿਨ੍ਹਾਂ ਨੇ ਜਿਉਂਦੇ ਜੀ ਮੈਨੂੰ ਇਕੱਲੀ ਨਹੀਂ ਛੱਡਿਆ। ਹੁਣ ਮੈਂ ਉਹਨਾਂ ਨੂੰ ਇਸ ਘਰ 'ਚ ਇਕੱਲੇ ਨਹੀਂ ਛੱਡਦੀ, ਬਿਰਧ ਘਰ ਜਾ ਕੇ ਵੀ ਪਿੱਛੋਂ ਇਕੱਲੇ ਨਹੀਂ ਛੱਡ ਸਕਦੀ। ਪਾ ਆਲਣਾ ਛੱਡ ਉੱਡ ਚੱਲੇ, ਕਹੇ ਪੰਛੀਆਂ ਦੇ ਕਾਫਲੇ, ਪਿੰਜਰਾਂ ਜਿਹੇ ਹੋਏ ਪਿੰਜਰੇ, ਕਦ ਰੁਕਣਗੇ ਇਹ ਸਿਲਸਿਲੇ। ਅਗਲੇ ਦ੍ਰਿਸ਼ ਵਿੱਚ ਚੱਲਦੇ ਹਾਂ। ਘਰ ਦੇ ਕਮਰੇ ਵਿੱਚ ਉਦਾਸ ਰਿਤੰਬਰ ਬੈਠਾ ਹੈ। ਸਿਮਰਨ ਉਸ ਨੂੰ ਖਾਣ ਲਈ ਮਨਾ ਰਹੀ ਹੈ। ਪਿਤਾ ਕਰਨ ਪ੍ਰਵੇਸ਼ ਕਰਦਾ ਹੈ। ਕਰਨ ਬੋਲਿਆ, ਅੱਜ ਤਾਂ ਗਰਮੀ ਹੀ ਬੜੀ ਹੈ, ਪੂਰਾ ਘੰਟਾ ਲੱਗ ਗਿਆ ਆਟੋ ਵਿੱਚ, ਹੋਈ ਨਹੀਂ ਆਟੋ ਦੀ। ਇਹਨਾਂ ਨੂੰ ਫੋਨ ਦੀ ਘੰਟੀ ਵੱਜਦੀ ਹੈ। ਸਿਮਰਨ ਨੇ ਚੁੱਕਿਆ। ਹੈਲੋ, ਹਾਂ ਜੀ ਮੰਮੀ ਜੀ, ਮੈਂ ਠੀਕ ਹਾਂ, ਬਸ ਪਾਰਲਰ ਗਈ ਸੀ ਤਾਂ ਨਹੀਂ ਫੋਨ ਚੁੱਕ ਸਕੀ। ਹਾਂ ਸਭ ਠੀਕ ਹੈ, ਮੈਂ ਤਾਂ ਤੁਹਾਨੂੰ ਇੱਕ ਖੁਸ਼ਖਬਰੀ ਦੇਣੀ ਸੀ। ਰਿਤੰਬਰ ਦੇ ਪਾਪਾ ਆਪਣੀ ਮਾਂ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਏ। ਵੱਡ ਆਇਆ ਅੱਜ ਫਾਹਾ। ਤੁਸੀਂ ਦੱਸੋ, ਦਵਾਈ ਲੈ ਲਿਆ ਕਰੋ ਟਾਈਮ ਸਿਰ, ਠੀਕ ਹੈ? ਹੈਲੋ ਵੀਰੇ। ਵੀਰੇ ਨਾਲ ਗੱਲ ਕਰਨ ਲੱਗਦੀ ਹੈ ਉਸਦੀ ਮਾਂ। ਹੈਲੋ ਵੀਰੇ, ਕਿਵੇਂ, ਸਭ ਠੀਕ ਹੈ? ਹਾਂ ਮੰਮੀ ਦਾ ਪੂਰਾ ਖਿਆਲ ਰੱਖੀ, ਦੇਖ ਲੈ ਨਹੀਂ ਤਾਂ ਮੈਂ ਆਪਣੇ ਕੋਲ ਲੈ ਜਾਣਾ ਇਹਨਾਂ ਨੂੰ ਤੇ ਆਪਣੇ ਘਰ ਵਾਲੇ ਤੋਂ ਪੂਰੀ ਸੇਵਾ ਕਰਾਵਾਂਗੇ, ਸੁਣ ਗਿਆ? ਹਾਂ ਰੱਖਦੀ ਹਾਂ, ਓਕੇ ਓਕੇ ਬਾਏ। ਆਪਣੇ ਪਤੀ ਵੱਲ ਕਰਨ ਵੱਲ ਪਰਤਿਆ ਉਹ ਮੰਮੀ ਦਾ ਫੋਨ ਆ ਗਿਆ ਸੀ। ਕਰਨ ਬੋਲਿਆ, ਅੱਛਾ ਲੱਗਦਾ ਸੀ ਪਤਾ, ਪਾਣੀ ਦਾ ਗਲਾਸ ਲਿਆ ਦੇ, ਔਖਾ ਹੋਇਆ ਪਿਆ ਗਰਮੀ 'ਚ। ਰਿਤੰਬਰ ਬੋਲਿਆ, ਪਾਪਾ ਆਟੋ 'ਚ ਗਰਮੀ ਜ਼ਿਆਦਾ ਲੱਗ ਰਹੀ ਸੀ। ਪਾਪਾ ਬੋਲਿਆ, ਹਾਂ। ਰਿਤੰਬਰ, ਦਾਦੀ ਜੀ ਨੂੰ ਵੀ ਲੱਗਦੀ ਹੋਊਗੀ। ਰਿਤੰਬਰ ਫਿਰ ਬੋਲਿਆ, ਹਾਂ ਹੈ ਨਾ ਪਾਪਾ? ਪਿਤਾ ਬੋਲਿਆ, ਹਾਂ ਜਦ ਗਰਮੀ ਸੀ ਤਾਂ ਉਹਨੂੰ ਵੀ ਲੱਗਣੀ ਸੀ। ਰਿਤੰਬਰ ਬੋਲਿਆ, ਪਾਪਾ ਫਿਰ ਤੁਸੀਂ ਫਿਕਰ ਨਾ ਕਰੋ, ਜਿਸ ਦਿਨ ਮੈਂ ਤੁਹਾਨੂੰ ਬਿਰਧ ਆਸ਼ਰਮ ਛੱਡ ਕੇ ਆਵਾਂਗਾ, ਮੈਂ ਤੁਹਾਨੂੰ ਆਟੋ 'ਚ ਨਹੀਂ ਬਲਕਿ ਵੱਡੀ ਸਾਰੀ ਗੱਡੀ ਵਿੱਚ ਛੱਡ ਕੇ ਆਵਾਂਗਾ,
क्योंकि पापा आई लव यू। सच्ची पापा, मैं तुहानू वड्डी गड्डी 'च छड्ड के आवांगा, ऑटो 'च नहीं। तुहानू गर्मी लगदी आ? मैं तुहानू बहुत प्यार करदा और तुहाडी कदर भी करदा हाँ। सिमरन बोली, ओए रितंबर, बकवास बंद कर। सब चुप हो जांदे आ। 6 महीने बाद दा अगला दृश्य। 6 महीने बीतन तो बाद करण बोलिया, अज अनाथ आश्रम तो फोन आया सी, मैं मिलन जाना, यानी बिरध आश्रम। सिमरन बोली, ओके, मैं सोचदी हाँ मैं भी जावां, बूढ़ी दे दर्शन कर आवां। शायद आखिरी वक्त आ गया होना बूढ़ी दा, तां ही सद्दिया उन्हां ने। करण, हाँ फिर तू भी चल पई। रितंबर कहंदा, हाँ मैं भी जाऊँगा दादी नूं मिलन, उन्हों तो चाह ही चढ़ जाता। तीनों जाने जाते ने। अगों आश्रम का दृश्य की कहंदा, दादी मंजे ते पई है, बाकी आले दुआले खड़े हैं। पोता दादी नूं चिंबड़ के प्यार करता है। उस कोल एक तोहफा है, तोहफे च वो एक घर ले आया है। करण, हाँ दस माँ, क्यों सद्दिया तू? दादी बोली, पुत लगदा बई मेरा आखिरी वक्त आ गया। आश्रम च मेरी बड़ी सेवा कीती, इत्थे सब ने रब दा दिता सब कुछ आ, फैक्ट्रियां कोठियां सब कुछ। तू 2 पक्खे ही इत्थे दान कर दे। बड़ी गर्मी हुंदी आ, मक्खी मच्छर तंग करदा। एक गल होर पुत, पानी बहुता गर्म आ, पीता नहीं जाता। फ्रिज भी दान कर दे, बस इन्ना काम कर दे। करण बोलिया, बस इन्नी गल सी? तू मैनू फोन उत्ते दस देना सी, मैं सारा कुछ भेज देना सी, तेनू इन्नी ही तकलीफ सी तां? दादी बोली, पुत तकलीफ मैनू नहीं, मैं तां औखा सौखा वक्त कट लिया। मैनू अपनी फिक्र नहीं, मैनू तेरी फिक्र आ। कल नूं जदों तू इस आश्रम च आएगा तो तेरे तो सह नहीं होना, ते तेनू कोई तकलीफ ना होवे, ये मेथों सह नहीं होना। ठीक है पुत? करण बोलिया, ये तू की कह रही है माँ? आश्रम दे मैनेजर आ जाता है उन्नी देर तक। मैनेजर बोलिया, ये बिल्कुल ठीक कह रही है मिस्टर करणबीर सिंह बराड़। जे मैं गलत ना होवां तो तुहाडा नाम करणबीर सिंह ही है ना? करण बोलिया, पर तुसी मैनू किवें जानदे हो? मैनेजर, तुसी नहीं जानदे मिस्टर करण, देख रहे हो ना कि ये आश्रम विच बजुर्ग भी हैं ते बच्चे भी। ये दोवें ही बेसहारा ते अनाथ हैं। अज तो ठीक 35 साल पहला तुहाडे पिता जी यानी कि हरदेव सिंह बराड़ तुहानू भी इसे आश्रम तो गोद लैके गए सी, ते अज तुसी करणबीर सिंह बराड़ हो। ते अज सारा कुछ उल्टा के तुहाडे माता जी इस आश्रम च हैं, है ना कुदरत दा खेल? करण, मैनू माफ़ कर दिओ मम्मी जी, मैं मैनेजर साहब, ये एक कुदरत का खेल नहीं जी, ये तो कुदरत नाल असी खिलवाड़ किया, असी भटक गए सी। जे ये ना होंदे तां मैं किधरे भीख मंग रहा होना सी। मैनू माफ़ कर दिओ मम्मी जी। सिमरन रोंदी हुई, मैनू माफ़ कर दिओ मम्मी, मैं भुल गई सी कि जे मेरी अपनी माँ है तो तुसी भी किसी दी माँ हो। कल नूं सानू भी इत्थे आउणा पै सकदा है। मैनेजर बोलिया, मिस्टर करणबीर, हाले भी डुੱਲੇ बेरां दा कुछ नहीं विगड़िया। तुसी इन्हां नूं बिरध आश्रम तो अपने घर लै जाओ ते अपने नाल रखो, इन्हां दी सेवा करो। जे सवेर दा भुल्लिया शाम नूं घर आ जावे तां उस नूं भुल्लिया नहीं कहंदे। जाओ फिर खुशी खुशी कर। रितंबर, चलो अपने घर चलिए। सारे खुशी खुशी दादी नूं नाल लैके जाण लई तैयार हो जाते हैं। करण नूं अपनी गलती का एहसास होंदा है ते करण बोलदा है, जिहो जिहा सलूक मैं अपनी औलाद तो चाहुंदा हाँ, ਉਹ सलूक मैनू अपने मापिਆਂ नाल करना चाहिदा सी। सिमरन बोली, ਜਿਹੜੀ कुड़ी अपने तो दूर पेके घर च बैठे भरा नूं फोन करके माँ का ख्याल रखण लई कहंदी आ, ਉਹ अपने नेड़े बैठे पति नूं भी कह सकदी है कि ਉਹ अपनी माँ का ख्याल रखे। रितंबर बोलिया, ठंडी मिठी दादी माँ ओदी छावें मैं खेडां। ठंडी मिठी दादी माँ ओदी छावें मैं खेडां। हौली हौली सीन स्टिल हो जाता है।
ਪਰਦਾ ਗਿਰ ਜਾਂਦਾ ਹੈ। ਰਿਸ਼ਤੇ ਬਹੁਤ ਖਾਸ ਹੁੰਦੇ ਨੇ, ਉਹਨਾਂ ਦੀ ਕਦਰ ਉਦੋਂ ਹੁੰਦੀ ਹੈ ਜਦੋਂ ਅਸੀਂ ਰਿਸ਼ਤੇ ਖੋ ਦਿੰਦੇ ਹਾਂ। ਸੋ ਰਿਸ਼ਤਿਆਂ ਦੀ ਕਦਰ ਕਰਨੀ ਬਹੁਤ ਜ਼ਰੂਰੀ ਹੈ। ਕਹਿੰਦੇ ਅਸੀਂ ਜੋ ਜੀਂਦੇ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਰਿਸ਼ਤੇ ਇੱਕ ਪ੍ਰਸ਼ਾਦ ਵਾਂਗ ਹੁੰਦੇ ਨੇ। ਜੇ ਪੁੰਜੇ ਵੀ ਡਿੱਗ ਜਾਣ ਤਾਂ ਉਹਨਾਂ ਨੂੰ ਚੁੱਕਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ। ਧੰਨਵਾਦ।